ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਰਾਗ ਬਿਲਾਵਲ ਦੀ ਭਗਤ ਬਾਣੀ ਪ੍ਰਾਰੰਭ ਹੋ ਰਹੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ 855 ਹੈ। ਮਹਾਰਾਜ ਭਗਤ ਕਬੀਰ ਜੀ ਦੀ ਪਾਵਨ ਬਾਣੀ ਪ੍ਰਾਰੰਭ ਹੋ ਰਹੀ ਹੈ। ਸਰਵਣ ਕਰੀਏ ਗੁਰੂ ਚਰਨਾਂ 'ਚ ਹਾਜ਼ਰੀ ਲਵਾਉਂਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ। ਰਾਗ ਬਿਲਾਵਲ ਹੈ, ਬਾਣੀ ਮਹਾਰਾਜ ਭਗਤ ਕਬੀਰ ਜੀ ਦੀ ਹੈ। ਭਗਤਾਂ ਦੀ ਬਾਣੀ ਆਰੰਭ ਹੋ ਰਹੀ ਹੈ। ਸਭ ਤੋਂ ਪਹਿਲਾਂ ਕਬੀਰ ਜੀ ਦੇ ਸ਼ਬਦ ਆ ਰਹੇ ਹਨ। ਇੱਕ ਓੰਕਾਰ। ਮੰਗਲਾਚਰਨ ਕਰਦੇ ਹਨ ਇੱਕ ਓੰਕਾਰ। ਪਰਮੇਸ਼ਰ ਇੱਕ ਅਦੁੱਤੀ ਹੈ ਓੰਕਾਰ, ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਹਾਂਜੀ। ਸਤਨਾਮ। ਪਰਮੇਸ਼ਰ ਦਾ ਨਾਮ ਤਰਈ ਕਾਲ ਸਤ ਹੈ। ਪਹਿਲਾਂ ਵੀ ਸਤ ਸੀ, ਹੁਣ ਵੀ ਸਤ ਹੈ, ਅੱਗੇ ਨੂੰ ਵੀ ਸਤ ਰਹਿਣ ਵਾਲਾ ਹੈ। ਕਰਤਾ ਪੁਰਖ। ਉਹ ਸਾਰੇ ਜਗਤ ਦਾ ਕਰਤਾ ਹੈ ਔਰ ਸਭ ਨੂੰ ਕਰਕੇ ਸਭ ਦੇ ਵਿੱਚ ਪੂਰਿਆ ਹੋਇਆ ਹੈ। ਗੁਰ ਪ੍ਰਸਾਦ। ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ। ਖਾਲਸਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 3 ਪ੍ਰਕਾਰ ਨਾਲ ਮਹਾਰਾਜ ਜੀ ਨੇ ਮੰਗਲ ਲਿਖੇ ਹਨ। ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੰਪੂਰਨ ਮੂਲ ਮੰਤਰ, ਫਿਰ ਇੱਕ ਓੰਕਾਰ ਸਤਿਗੁਰ ਪ੍ਰਸਾਦ। ਤੀਸਰਾ ਜਿਹੜਾ ਪ੍ਰਕਾਰ ਹੈ ਮੰਗਲਾਚਰਨ ਦਾ ਸਤਿਗੁਰਾਂ ਨੇ ਵਰਤਿਆ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ। ਇਹਦੇ ਵਿੱਚ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਹਿਭੰ ਇਹ ਪਾਤਸ਼ਾਹ ਨੇ ਸ਼ਬਦ ਨਹੀਂ ਵਰਤੇ। ਉਰੇ ਮੰਗਲਾਚਰਨ ਕਰਦਿਆਂ ਹੋਇਆਂ ਗੁਰ ਪ੍ਰਸਾਦ, ਕਰਤਾ ਪੁਰਖ ਤੋਂ ਬਾਅਦ ਗੁਰ ਪ੍ਰਸਾਦ। ਇਹ ਮੰਗਲ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਤੂੰ ਕਰਤਾ ਪੁਰਖ ਜੋ ਸਾਰਿਆਂ ਨੂੰ ਕਰਨ ਵਾਲਾ ਤੇ ਸਭ ਨੂੰ ਪੂਰਨੇ ਵਾਲਾ ਹੈ। ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਐਸੋ ਇਹੋ ਸੰਸਾਰ ਪੇਖਨਾ ਰਹਿਣ ਨਾ ਕੋ ਪਈ ਹੈ ਰੇ। ਪਾਤਸ਼ਾਹ ਕਹਿੰਦੇ ਕਬੀਰ ਜੀ ਮਹਾਰਾਜ, ਇਹ ਸੰਸਾਰ ਐਸਾ ਵੇਖਣਾ, ਇਹਨੂੰ ਇਸ ਤਰ੍ਹਾਂ ਵੇਖੋ ਬਈ ਕਿ ਇਹਦੇ ਵਿੱਚ ਕਿਸੇ ਨੇ ਪੱਕੇ ਤੌਰ ਤੇ ਨਹੀਂ ਰਹਿਣਾ। ਇਹਦੇ 'ਚ ਕੋਈ ਰਹਿਣ ਵਾਲਾ ਨਹੀਂ ਹੈ। ਜਿੰਨੇ ਆਏ ਨੇ ਸਭ ਜਾ ਰਹੇ ਨੇ, ਜਿੰਨੇ ਆਏ ਸੀ ਸਭ ਚਲੇ ਜਾ ਰਹੇ ਨੇ। ਇੱਕ ਚੱਲੇ ਇੱਕ ਚੱਲ ਗਏ, ਰਹਿੰਦੇ ਭੀ ਫੁਨ ਜਾਏ। ਇਸ ਸੰਸਾਰ ਨੂੰ ਇਸ ਤਰ੍ਹਾਂ ਵੇਖੋ ਕਿ ਇਹਦੇ ਵਿੱਚ ਕਿਸੇ ਨੇ ਨਹੀਂ ਰਹਿਣਾ। ਪਾਤਸ਼ਾਹ ਕਹਿੰਦੇ ਜਾਂ ਰਹਿਣਾ ਨਾਹੀਂ ਐਤ ਜਗ ਤਾਂ ਕਾਇਤ ਗਾਰਬ ਹੰਡੀ ਹੈ। ਜੇ ਸੰਸਾਰ ਵਿੱਚ ਤੂੰ ਰਹਿਣਾ ਹੀ ਨਹੀਂ ਤੇ ਫਿਰ ਕਾਹਦਾ ਹੰਕਾਰ, ਕਾਹਦੀ ਹੈਂਕੜ ਚੁੱਕੀ ਫਿਰਦਾ। ਰਹਿਣ ਨਾ ਪਾਵਹਿ ਸੁਰ ਨਰ ਦੇਵਹ ਊਠ ਸਿਧਾਰੇ ਕਰ ਮੁਨ ਜਨ ਸੇਵਾ। ਇਹਦੇ 'ਚ ਕੋਈ ਰਹਿਣ ਵਾਲਾ ਨਹੀਂ। ਜੋ ਦਿਨ ਆਵਹਿ ਸੋ ਦਿਨ ਜਾਹੀ ਕਰਣਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ। ਪਾਤਸ਼ਾਹ ਕਹਿੰਦੇ ਸੰਸਾਰ ਹੈ ਹੀ ਐਸਾ, ਇਹਨੂੰ ਵੇਖੋ ਧਿਆਨ ਨਾਲ, ਗੌਰ ਨਾਲ ਵੇਖੋ। ਹੈ ਹੀ ਐਸਾ ਕਿ ਇਹਦੇ ਵਿੱਚ ਕਿਸੇ ਨੇ ਨਹੀਂ ਰਹਿਣਾ। ਰਹਿਣ ਨਾ ਕੋ ਪਈ ਹੈ ਰੇ। ਕਬੀਰ ਜੀ ਮਹਾਰਾਜ ਜੀ ਕਹਿੰਦੇ ਇਹਦੇ 'ਚ ਕਿਸੇ ਦਾ ਰਹਿਣਾ ਨਹੀਂ ਹੈ, ਚਲੇ ਜਾਣਾ। ਹਾਂਜੀ। ਸੋਧੇ ਸੋਧੇ ਰੇਗ ਚਲੋ ਤੁਮ ਨਾਦਰ ਕੋ ਧੱਕਾ ਦੇਵਈ ਹੈ ਰੇ। ਸੁਧੇ ਸੁਧੇ ਰੇਗ ਚਲੋ
ਸਿੱਧਾ ਹੋ ਕੇ ਟੁਰ। ਕਹਿੰਦੇ ਸਿੱਧਾ ਸਿੱਧਾ ਚੱਲ, ਜਿਹੜਾ ਸਤ ਸੰਗਤ ਦਾ ਰਾਹ ਹੈ, ਭਜਨ ਦਾ ਰਾਹ ਹੈ, ਇਹ ਸਿੱਧਾ ਰਸਤਾ ਹੈ। ਆਮ ਕਰਕੇ ਮਨੁੱਖ ਸਿੱਧੇ ਰਾਹ ਨੂੰ ਛੱਡ ਕੇ ਟੇਢੇ ਰਾਹਾਂ ਵੱਲ ਜ਼ਿਆਦਾ ਧਿਆਨ ਦਿੰਦਾ ਹੈ। ਟੇਢਾ ਤਰੀਕਾ ਵੇਖਦਾ ਵੀ ਕਿਸੇ ਟੇਢੇ ਤਰੀਕੇ ਨਾਲ ਇਹ ਕੰਮ ਕਿਵੇਂ ਹੋ ਸਕਦਾ। ਕਹਿੰਦਾ ਜਿਹੜਾ ਕੰਮ ਸਿੱਧੇ ਤਰੀਕੇ ਨਾਲ ਨਹੀਂ ਹੁੰਦਾ ਤੇ ਫਿਰ ਟੇਢਾ ਕਰ ਲਓ, ਵੀ ਟੇਢੇ ਤਰੀਕੇ ਨਾਲ ਕਿਵੇਂ ਹੋਵੇਗਾ। ਕਹਿੰਦਾ ਜੀ ਇਹ ਹਿੰਦੁਸਤਾਨ ਹੈ, ਜਿਹੜਾ ਕੰਮ ਸਿੱਧਾ ਨਾ ਹੋਵੇ ਉਹ ਤੋਂ ਦੂਜੇ ਤਰੀਕੇ ਨਾਲ ਹੋ ਜਾਂਦਾ, ਟੇਢੇ ਤਰੀਕੇ ਨਾਲ ਹੋ ਜਾਂਦਾ। ਇਹ ਲੋਕਾਂ ਦੀ ਫਿਤਰਤ ਹੈ, ਸੁਭਾਅ ਹੈ ਵੀ ਕਿਹੜਾ ਕੰਮ ਟੇਢੇ ਤਰੀਕੇ ਨਾਲ ਕੀਤਾ ਜਾ ਸਕਦਾ, ਸਿੱਧਾ ਨਾ ਹੋਵੇ ਤੇ ਟੇਢਾ ਕਿਵੇਂ ਹੋਵੇ। ਪਾਤਸ਼ਾਹ ਕਹਿੰਦੇ ਆ ਬਈ ਸਿੱਧਾ ਸਿੱਧਾ ਚੱਲ, ਟੇਢੇ ਰਾਹ ਨਾ ਵੇਖ, ਟੇਢੇ ਤਰੀਕੇ ਤੇ ਟੇਢੇ ਪ੍ਰਕਾਰ ਨਾ ਅਪਣਾ। ਜਿਹੜੇ ਟੇਢੇ ਪ੍ਰਕਾਰ ਹੁੰਦੇ ਆ ਨਾ, ਉਹਨਾਂ ਟੇਢਿਆਂ ਰਾਹਾਂ ਤੇ ਚੱਲਣ ਵਾਲਿਆਂ ਨੂੰ ਨਦਰ ਕੋ ਧੱਕਾ ਦਿਵਈ ਹੈ ਰੇ। ਕਹਿੰਦੇ ਕੁਤੱਕਾ ਦਾ ਮਤਲਬ ਹੁੰਦਾ ਕੋਝਾ ਧੱਕਾ। ਕੁਤੱਕਾ ਕੋਝਾ ਧੱਕਾ, ਉਹ ਕਿਹੜਾ ਜੰਮਾਂ ਦਾ। ਕਹਿੰਦੇ ਨਹੀਂ ਤਾਂ ਜੇ ਸਿੱਧੇ ਰਾਹ ਤੇ ਨਾ ਟੁਰਿਆ ਤੇ ਜੰਮਾਂ ਦਾ ਕੁਤੱਕਾ ਕੋਝਾ ਧੱਕਾ ਤੈਨੂੰ ਪਵੇਗਾ, ਤੇ ਇਹੋ ਜਿਹੇ ਧੱਕੇ ਪੈਣਗੇ ਨਾ ਇਸ ਲੋਕ 'ਚ ਥਾਂ ਮਿਲਦੀਆਂ ਤੇ ਨਾ ਪਰਲੋਕ ਵਿੱਚ। ਇਹੋ ਜਿਹੇ ਕੁਤੱਕੇ ਪੈਣਗੇ, ਕੋਝੇ ਧੱਕੇ, ਜੰਮਾਂ ਦੇ ਧੱਕੇ, ਜੇ ਸਿੱਧਾ ਨਾ ਟੁਰਿਆ। ਯਾਨੀ ਕਿ ਜੇ ਭਜਨ ਨਾ ਕੀਤਾ, ਬਾਣੀ ਨਾ ਪੜ੍ਹੀ, ਸੰਗਤ ਨਾ ਕੀਤੀ, ਇਹ ਸਿੱਧਾ ਰਸਤਾ ਹੈ। ਜੇ ਇਸ ਰਸਤੇ ਨਾ ਟੁਰਿਆ ਤੇ ਫਿਰ ਕੋਝੇ ਧੱਕੇ ਜੰਮਾਂ ਦੇ ਚੱਲਣੇ ਪੈਣਗੇ, ਕੁਤੱਕੇ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਬੜਾ ਸੁੰਦਰ ਲਿਖਿਆ। ਅੱਜ ਕੱਲ ਤੇ ਝੱਟ ਕਹਿ ਦਿੰਦੇ ਨੇ, ਛੇਕ ਦਿਓ ਜੀ ਮੈਨੂੰ ਪੰਥ ਚੋਂ, ਮੈਂ ਨਹੀਂ ਡਰਦਾ ਤੁਹਾਡੇ ਤੋਂ। ਜਿਨ੍ਹਾਂ ਦੇ ਦਿਲਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਕੋਈ ਰੰਚਕ ਭਰ ਵੀ ਭੈ ਨਹੀਂ, ਭਾਵਨੀ ਨਹੀਂ, ਉਹ ਲੋਕ ਅੱਜ ਅਕਾਲ ਤਖਤ ਸਾਹਿਬ ਦੇ ਬਰਖਲਾਫ ਬੋਲਦੇ ਹੈ। ਅਕਾਲ ਦਾ ਤਖਤ ਹੈ, ਉੱਥੋਂ ਆਈ ਹੋਈ ਆਵਾਜ਼ ਸਮੁੱਚੇ ਪੰਥ ਨੇ ਪ੍ਰਵਾਨ ਕਰਨੀ ਹੁੰਦੀ ਹੈ। ਭਾਈ ਰਣਧੀਰ ਸਿੰਘ ਜੀ ਨੇ ਲਿਖਿਆ, ਉਹ ਕਹਿੰਦੇ ਜਿਹੜੇ ਗੁਰੂ ਪੰਥ ਦੇ ਧੱਕੇ ਜਾਂਦੇ ਨੇ, ਉਹ ਲੋਕ ਪਰਲੋਕ ਵਿੱਚ ਧੱਕੇ ਖਾਂਦੇ ਨੇ, ਉਹਨਾਂ ਨੂੰ ਨਾ ਇਸ ਲੋਕ ਵਿੱਚ ਥਾਂ ਮਿਲਦੀ ਹੈ ਨਾ ਪਰਲੋਕ ਵਿੱਚ। ਜਿਹੜੇ ਗੁਰੂ ਪੰਥ ਤੋਂ ਧੱਕੇ ਜਾਂਦੇ ਨੇ, ਗੁਰੂ ਪੰਥ ਤੋਂ ਛੇਕੇ ਜਾਂਦੇ ਨੇ। ਪਾਤਸ਼ਾਹ ਕਹਿੰਦੇ ਸੂਧੇ ਸੂਧੇ ਸਿੱਧਾ ਰਾਹ ਹੈ, ਉਹਦੇ ਤੇ ਚੱਲੋ। ਸਤ ਸੰਗਤ ਦਾ ਰਸਤਾ ਸਿੱਧਾ ਰਸਤਾ ਹੈ, ਬਾਣੀ ਪੜਨ ਦਾ ਰਸਤਾ ਸਿੱਧਾ ਰਾਹ ਹੈ। ਭਜਨ ਕਰਨ ਦਾ ਅਸੀਂ ਆਪ ਟੇਢੇ ਬਣਾਉਂਦੇ ਆ ਜੀ, ਇਹ ਪਾਠ ਕਦੋਂ ਕਰਿਆ ਕਰੀਏ ਜੀ, ਇਹ ਬਾਣੀ ਕਦੋਂ ਪੜਿਆ ਕਰੀਏ ਜੀ। ਜਿਵੇਂ ਭੁੱਖ ਨਾ ਲੱਗੀ ਹੋਵੇ ਤੇ ਪੁੱਛੇ ਵੀ ਇਹ ਰੋਟੀ ਕਿਵੇਂ ਖਾਈਦੀ ਹੈ। ਥਾਲ ਪਈ ਹੋਵੇ ਸਾਹਮਣੇ ਤੇ ਆਖੇ ਕਿਵੇਂ ਖਾਈਦੀ ਹੈ, ਇਹਦਾ ਮਤਲਬ ਭੁੱਖ ਨਹੀਂ ਲੱਗੀ। ਗੁਰਮਤ ਦਾ ਰਸਤਾ ਸਿੱਧਾ ਰਾਹ ਹੈ, ਸਿੱਧਾ ਪੱਧਰਾ ਰਾਹ। ਹਾਂ, ਖੰਡੇ ਦੀ ਧਾਰ ਨਾਲੋਂ ਵੀ ਬਰੀਕ ਹੈ, ਇਹਦੇ 'ਚ ਕੋਈ ਦੋ ਰਾਏ ਨਹੀਂ, ਪਰ ਸਿੱਧਾ, ਕੋਈ ਟੇਢਾ ਰਾਹ ਨਹੀਂ ਹੈ। ਪਾਤਸ਼ਾਹ ਕਹਿੰਦੇ ਜੇ ਤੂੰ ਟੇਢੇ ਰਾਹ ਕਿਹੜੇ ਨੇ? ਕਾਮ ਦੇ ਰਾਹ ਤੇ ਚੱਲਣਾ, ਕ੍ਰੋਧ ਦੇ ਰਾਹ ਤੇ ਚੱਲਣਾ, ਈਰਖਾ ਦੇ ਰਾਹ ਤੇ ਚੱਲਣਾ, ਵਿਸ਼ਿਆਂ ਵਿਕਾਰਾਂ ਦੇ ਰਾਹਾਂ ਤੇ ਟੁਰਨਾ, ਭੈੜਿਆਂ ਬਿਰਤੀਆਂ ਦਾ ਧਾਰ ਨਹੀਂ ਹੋਣਾ। ਪਾਤਸ਼ਾਹ ਕਹਿੰਦੇ ਉਹ ਚਲਤ ਕਤ ਟੇਢੇ ਟੇਢੇ ਟੇਢੇ, ਕਿੱਥੇ ਟੇਢਾ ਜਾ ਹੋ ਕੇ ਟੁਰਿਆ ਫਿਰਦਾ, ਸਿੱਧਾ ਹੋ ਕੇ ਚੱਲ। ਨਦਰ ਕੋ ਧੱਕਾ ਦਿਵਈ ਹੈ ਰੇ, ਜੇ ਟੇਢੇ ਰਾਹ ਤੇ ਚੱਲਿਆ ਤੇ ਮਤਾ ਕੋਈ ਤੈਨੂੰ ਧੱਕਾ ਮਾਰ ਦੇਵੇ। ਇਹੋ ਜਿਹਾ ਧੱਕਾ, ਜੰਮ ਦਾ ਧੱਕਾ
ਕਿ ਤੂੰ ਨਾ ਇਸ ਲੋਕ ਦੇ ਵਿੱਚ ਰਹਿ ਸਕੇ ਤੇ ਨਾ ਪਰਲੋਕ ਵਿੱਚ। ਰਹਾਉ ਬਾਰੇ ਬੂਢੇ ਤරුਨੇ ਭਈਆ ਸਭ ਹੋ ਜਾਮ ਲੈ ਜਈ ਹੈ ਰੇ। ਇੱਥੇ ਕੋਈ ਆਖੇ ਵੀ ਬੁੱਢੇ ਹੀ ਜਾਂਦੇ ਆ ਸੰਸਾਰ ਤੋਂ, ਮਹਾਰਾਜ ਜੀ ਕਬੀਰ ਜੀ ਕਹਿੰਦੇ ਐਸਾ ਨਹੀਂ। ਕਾਲ ਨੇ ਆਪਣਾ ਪ੍ਰਕਾਰ ਵੇਖਣਾ। ਇੱਥੇ ਬਾਲਕ, ਬੁੱਢੇ, ਤਰੁਨੇ, ਬਾਰੇ, ਬੱਚੇ, ਬਾਲਕ, ਬੂਢੇ, ਬੁੱਢੇ, ਤਰੁਨੇ, ਜਵਾਨ, ਕਹਿੰਦੇ ਜਿੰਨੇ ਵੀ ਹਨ ਭਾਈ ਸਭ ਹੋ ਜਾਮ ਲੈ ਜਈ ਹੈ ਰੇ। ਜਾਮ ਇਹਨਾਂ ਸਾਰਿਆਂ ਨੂੰ ਲਈ ਜਾ ਰਿਹਾ। ਕਿਤਨੇ ਜਵਾਨ ਵੀ ਮਰਦੇ ਨੇ, ਕਿਤਨੇ ਬਾਲਕ ਵੀ ਮਰਦੇ ਨੇ, ਕਿਤਨੇ ਬੁੱਢੇ ਵੀ ਮਰਦੇ ਨੇ। ਐਸਾ ਤਾਂ ਨਹੀਂ ਵੀ ਇਕੱਲੇ ਬੁੱਢੇ ਹੀ ਮਰਦੇ ਆ। ਕਿਤਨੇ ਬਾਲਕ ਜਨਮ ਵੇਲੇ ਹੀ ਸਰੀਰ ਤਿਆਗ ਜਾਂਦੇ, ਕਿਤਨੇ ਥੋੜੇ ਜਿਹੇ ਵੱਡਿਆਂ ਹੋ ਕੇ ਸਰੀਰ ਤਿਆਗ ਜਾਂਦੇ। ਪਰਮੇਸ਼ਰ ਨੇ ਜਿੰਨੀ ਜਿੰਨੀ ਕਿਸੇ ਨੂੰ ਆਯੂ ਦਿੱਤੀ। ਤੋ ਪਾਤਸ਼ਾਹ ਕਹਿੰਦੇ ਭਗਤ ਕਬੀਰ ਜੀ ਮਹਾਰਾਜ ਵੇਖੋ ਇਹ ਸੰਸਾਰ, ਇਹਦੇ ਵਿੱਚ ਬਾਲਕ ਵੀ ਜਾ ਰਹੇ ਨੇ, ਇਹਦੇ ਵਿੱਚ ਬੁੱਢੇ ਵੀ ਜਾ ਰਹੇ ਨੇ, ਇਹਦੇ ਵਿੱਚ ਜਵਾਨ ਵੀ ਜਾ ਰਹੇ ਨੇ। ਹਾਂਜੀ। ਮਾਨਸ ਬਪੁਰਾ ਮੂਸਾ ਕੀਨੋ ਮੇਚ ਬਲਈਆ ਖਈ ਹੈ ਰੇ। ਪਾਤਸ਼ਾਹ ਕਹਿੰਦੇ ਵਿਚਾਰਾ ਮਨੁੱਖ, ਮਾਨਸ ਬਪਰਾ, ਬਪਰਾ ਕਹਿੰਦੇ ਨੇ ਵਿਚਾਰੇ ਨੂੰ। ਆਹ ਵਿਚਾਰਾ ਮਨੁੱਖ ਮੂਸਾ ਕੀਨੋ ਕਹਿੰਦੇ ਚੂਹਾ ਬਣਾਇਆ ਹੋਇਆ। ਮੂਸਾ ਕਹਿੰਦੇ ਨੇ ਚੂਹੇ ਨੂੰ। ਕਹਿੰਦੇ ਇਹ ਬੰਦਾ ਚੂਹਾ ਬਣਾਇਆ ਹੋਇਆ ਜੀਵ, ਮਨੁੱਖ। ਤੇ ਜਿਹੜੀ ਮੀਚ, ਮੀਚ ਕਹਿੰਦੇ ਨੇ ਮੌਤ ਨੂੰ, ਕਹਿੰਦੇ ਮੌਤ ਨੂੰ ਬਿੱਲਾ ਬਣਾਇਆ ਹੋਇਆ ਇਹਦੇ ਉੱਤੇ। ਹੁਣ ਉਹ ਚੂਹਾ ਕਿੰਨਾ ਕੁ ਚਿਰ ਖੈਰ ਮਨਾਏਗਾ। ਮੀਚ ਬਲਈਆ ਖਈਐ ਰੇ। ਮੌਤ ਰੂਪੀ ਬਿੱਲੀ ਇਸ ਚੂਹੇ ਨੂੰ ਖਾ ਰਹੀ ਹੈ। ਇਹ ਮਨੁੱਖ ਚੂਹਾ ਕੀਤਾ ਹੋਇਆ। ਮੌਤ ਦੇ ਸਾਹਮਣੇ ਤਾਂ ਸਾਰੇ ਚੂਹੇ ਨੇ ਨਾ, ਜਿੰਨੇ ਮਰਜ਼ੀ ਸ਼ੇਰ ਬਣੇ ਫਿਰਨ ਮਨੁੱਖ, ਮੌਤ ਦੇ ਸਾਹਮਣੇ ਤਾਂ ਸਾਰੇ ਚੂਹੇ ਨੇ। ਇੱਕ ਸੂਰਮਾ ਹੁੰਦਾ ਜਿਹੜਾ ਰਣ ਦੇ ਮੈਦਾਨ ਵਿੱਚ ਮੌਤ ਦੇ ਸਾਹਮਣੇ ਵੀ ਸ਼ੇਰ ਬਣ ਕੇ ਖਲੋ ਜਾਂਦਾ ਔਰ ਪ੍ਰਣ ਕਰ ਲੈਂਦਾ ਹੈ ਕਿ ਐ ਮੌਤ, ਐ ਹੋਣੀ, ਤੂੰ ਬੜੀ ਪ੍ਰਬਲ ਹੈ। ਤੂੰ ਆਖਦੀਆਂ ਮੈਂ ਜਿਨ੍ਹਾਂ ਤੇ ਆ ਜਾਵਾਂ ਉਹਨਾਂ ਨੂੰ ਇੱਕ ਕਦਮ ਨਹੀਂ ਪੁੱਟਣ ਦਿੰਦੀ। ਪਰ ਗੁਰੂ ਕੇ ਲਾਲ ਤੇ ਗੁਰੂ ਕੇ ਯੋਧੇ ਜਦੋਂ ਪ੍ਰਣ ਕਰ ਲੈਂਦੇ ਐ ਤੇ ਉਸ ਹੋਣੀ ਨੂੰ ਵੀ ਟਾਲਦਿਆਂ ਸਿਰ ਕੱਟਿਆ ਜਾਂਦਾ ਹੈ ਤੇ 4 ਕੋਹ ਤੋਂ ਵੀ ਵੱਧ ਪੈਂਡਾ ਬਿਨਾਂ ਸਿਰ ਤੋਂ ਲੜਦਿਆਂ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਪਹੁੰਚਦੇ। ਧੰਨ ਬਾਬਾ ਦੀਪ ਸਿੰਘ ਸਾਹਿਬ। ਪਰ ਇਸ ਮੌਤ ਦੇ ਸਾਹਮਣੇ ਮਨੁੱਖ ਤਾਂ ਮੂਸਾ ਹੀ ਹੈ ਨਾ। ਮੂਸਾ ਕਹਿੰਦੇ ਆ ਚੂਹੇ ਨੂੰ, ਤੇ ਮੌਤ ਬਿਲਈਆ, ਬਿੱਲੀ ਹੈ। ਬਨਾਰਸ ਦੇ ਇਲਾਕੇ ਵਿੱਚ ਏਦਾਂ ਦੀ ਬੋਲੀ ਬੋਲਦੇ ਆ। ਯੂਪੀ ਦਾ ਇਲਾਕਾ ਹੈ ਨਾ। ਬਿਲਈਆ, ਆਪਾਂ ਬਿੱਲੀ ਕਹਿ ਦਿੰਦੇ, ਬਿਲਈਆ, ਵह ਬਿਲਈਆ ਜਾ ਰਹੀ ਹੈ। ਪਾਤਸ਼ਾਹ ਉਹੀ ਬੋਲੀ ਵਰਤ ਰਹੇ ਉਸ ਇਲਾਕੇ ਦੀ। ਕਹਿੰਦੇ ਮੌਤ ਰੂਪੀ ਬਿਲਈਆ, ਬਿੱਲੀ, ਇਸ ਮਨੁੱਖ ਰੂਪੀ ਮੂਸੇ ਚੂਹੇ ਨੂੰ ਖਾ ਰਹੀ ਹੈ, ਭਖ ਰਹੀ ਹੈ। ਧਨਵੰਤਾ ਅਰ ਨਿਰਤਨ ਮਨਈ ਤਾਕੇ ਕਠੁ ਨ ਕਾਨੀ ਰੇ। ਕਹਿੰਦੇ ਭਾਵੇਂ ਕੋਈ ਧਨਵਾਨ ਹੋਵੇ ਤੇ ਭਾਵੇਂ ਕੋਈ ਨਿਰਧਨ ਹੋਵੇ। ਧਨਵੰਤਾ, ਧਨਵਾਨ, ਅਮੀਰ, ਨਿਰਧਨ, ਮਨਈ। ਮਨਈ ਦਾ ਇੱਥੇ ਕੀ ਮਤਲਬ ਹੈ? ਮਨੁੱਖ। ਭਾਵੇਂ ਕੋਈ ਨਿਰਧਨ ਮਨੁੱਖ ਹੈ ਤੇ ਭਾਵੇਂ ਕੋਈ ਧਨਵਾਨ ਹੈ, ਇਹ ਕੋਈ ਕਾਣ ਨਹੀਂ ਕਰਦੀ। ਮੌਤ ਜਿਹੜੀ ਹੈ ਨਾ, ਇਹ ਨਹੀਂ ਵੇਖਦੀ ਵੀ ਇਹ ਨਿਰਧਨ ਹੈ ਤੇ ਇਹਨੂੰ ਮੈਂ ਖਾ ਜਾਵਾਂ, ਤੇ ਜਿਹੜਾ ਧਨਵਾਨ ਹੈ ਚਲੋ ਇਹ ਮਾਇਆ ਵਾਲਾ ਬੰਦਾ ਵੀ ਇਹਨੂੰ ਥੋੜਾ ਜਿਹਾ ਬਖਸ਼ ਦਿੰਨੇ ਆ। ਕਹਿੰਦੇ ਦੁਨੀਆ ਵਿੱਚ ਤਾਂ ਇਹ ਚੱਲਦਾ ਹੋਣਾ, ਪਰ ਮੌਤ ਦੀ ਦ੍ਰਿਸ਼ਟੀ ਵਿੱਚ ਦੋਵੇਂ ਹੀ ਬਰਾਬਰ ਨੇ। ਚਾਹੇ ਕੋਈ ਨਿਰਧਨ ਹੈ ਤੇ ਚਾਹੇ ਕੋਈ ਸਰਧਨ ਹੈ।
ਉਹਨੇ ਸਰਧਨ ਦੀ ਕਾਣ ਕਰੋੜ ਥੋੜੀ ਮੰਨਣੀ ਹੈ। ਪੈਸੇ ਵਾਲਿਆਂ ਦੀ ਅਸੀਂ ਮੰਨ ਲੈਨੇ ਆ ਕਾਣ, ਸਾਨੂੰ ਥੋੜੀ ਜੀ ਆ ਜਾਂਦੀ ਹੈ ਵੀ ਬੰਦਾ ਧਨਵਾਨ ਹੈ, ਮਾਇਆ ਵਾਲਾ ਹੈ, ਅਸੀਂ ਮੰਨ ਲਵਾਂਗੇ। ਨਿਰਧਨ ਨੂੰ ਅਸੀਂ ਗਲ ਪਵਾਂਗੇ। ਇਹ ਸਾਡੀ ਫਿਤਰਤ ਹੋ ਸਕਦੀ ਹੈ ਮਨੁੱਖ ਦੀ, ਪਰ ਕਾਲ ਦੇ ਸਾਹਮਣੇ ਚਾਹੇ ਕੋਈ ਨਿਰਧਨ ਹੈ ਤੇ ਚਾਹੇ ਕੋਈ ਸਰਧਨ ਹੈ, 40-40 ਗੰਜ ਜੋੜਨ ਵਾਲੇ ਵੀ ਕਾਲ ਦੇ ਖਾਜੇ ਹੋ ਗਏ। ਉਹਨੇ ਨਹੀਂ ਸੋਚਿਆ ਵੀ ਇਹ 40 ਗੰਜ ਜੋੜ ਕੇ ਬੈਠਾ ਬੜਾ ਵੱਡਾ ਬੰਦਾ, ਇਹਨੂੰ ਮੈਂ ਨਾ ਮਾਰਾਂ, ਐਸਾ ਨਹੀਂ ਹੈ। ਉਹਨੇ ਉਹਨੂੰ ਵੀ ਧਰ ਦਬੋਚਿਆ, ਮਾਰ ਲਿਆ। ਮਾਨ ਸੇ ਮਹੀਪ ਉਹ ਦਲੀਪ ਕੈਸੇ ਛਤਰਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਾਏ ਹੈ। ਸਭ ਨੂੰ ਧਰ ਦਬੋਚਿਆ। ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਨਿਰਧਨ ਸਰਧਨ ਇਹ ਨਹੀਂ ਵੇਖਦੀ ਉਹ ਕਾਲ ਮੌਤ ਜਿਹੜੀ ਹੈ, ਕਹਿੰਦੇ ਕਿਸੇ ਦੀ ਕਾਣ ਕਨੋੜ ਨਹੀਂ ਮੰਨਦੀ। ਰਾਜਾ ਪਰਜਾ ਸਮ ਕਰ ਮਾਰੈ, ਐਸੋ ਕਾਲ ਬਡਾਨੀ ਰੇ। ਕਹਿੰਦੇ ਕਾਲ ਇਤਨਾ ਬਲੀ ਹੈ, ਉਹਦੀ ਵਡਿਆਈ ਵੀ ਇਹ ਹੈ ਕਾਲ ਦੀ, ਰਾਜਾ ਤੇ ਪਰਜਾ ਦੋਨਾਂ ਨੂੰ ਇੱਕ ਸਮਾਨ ਕਰਕੇ ਮਾਰਦਾ ਹੈ। ਚਾਹੇ ਕੋਈ ਰਾਜਾ ਤੇ ਚਾਹੇ ਪਰਜਾ, ਇੱਕ ਬਰਾਬਰ ਹੈ ਸਾਰਿਆਂ ਵਾਸਤੇ। ਇਹ ਨਹੀਂ ਵੀ ਰਾਜਾ ਹੋਵੇ ਤੇ ਉਹਨੂੰ ਸਤਿਕਾਰ ਨਾਲ ਮਾਰਦਾ ਹੋਣਾ ਵੀ ਰਾਜਾ ਹੈ, ਤੇ ਪਰਜਾ ਚਲੋ ਇਹ ਤਾਂ ਹੋਰ ਇਹਨਾਂ ਨੂੰ ਮਾਰੋ ਕੁੱਟੋ, ਐਸਾ ਨਹੀਂ ਹੈ। ਜਿਵੇਂ ਰਾਜੇ ਦੀ ਮੌਤ ਹੁੰਦੀ ਐਵੇਂ ਪਰਜਾ ਦੀ ਵੀ ਹੁੰਦੀ ਹੈ। ਇੱਕ ਬਰਾਬਰ ਹੈ ਕਾਲ ਸਾਰਿਆਂ ਲਈ। ਮੌਤ ਤਾਂ ਸਾਰਿਆਂ ਨੂੰ ਇੱਕੋ ਜਿਹੀ ਆਉਂਦੀ ਹੈ। ਹਾਂ, ਤਰੀਕੇ ਵੱਖੋ ਵੱਖਰੇ ਹੋ ਸਕਦੇ ਆ, ਕਾਰਨ ਵੱਖੋ ਵੱਖਰੇ ਹੋ ਸਕਦੇ ਆ। ਕਾਰਨ ਕੋਈ ਵੀ ਰਿਹਾ ਹੋਵੇ, ਕਿਸੇ ਨੂੰ ਬੁਖਾਰ ਚੜੇ, ਕਿਸੇ ਨੂੰ ਕੁਝ ਹੋਵੇ, ਕਾਰਨ ਕੋਈ ਵੀ ਹੋ ਸਕਦਾ। ਕਾਰਨ ਵੱਖੋ ਵੱਖਰੇ ਹੋ ਸਕਦੇ ਨੇ ਸਾਰਿਆਂ ਦੇ, ਪਰ ਮੌਤ ਤਾਂ ਸਾਰਿਆਂ ਦੀ ਇੱਕੋ ਜਿਹੀ ਹੈ ਨਾ। ਜਦੋਂ ਸਰੀਰ ਮੁਰਦਾ ਹੋ ਕੇ ਡਿੱਗਦਾ ਤੇ ਸਾਰਿਆਂ ਦਾ ਇੱਕੋ ਜਿਹਾ ਹੀ ਮੁਰਦਾ ਹੋ ਕੇ ਡਿੱਗਦਾ। ਜਦੋਂ ਚੇਤਨਾ ਨਿਕਲਦੀ ਹੈ, ਜਦੋਂ ਸਵਾਸ ਨਿਕਲਦੇ ਆ, ਉਡਨ ਪੰਖੇਰੂ ਹੁੰਦੇ ਆ, ਕਾਲ ਇਹਨੂੰ ਆਪਣੀ ਖੁਰਾਕ ਬਣਾਉਂਦਾ, ਉਦੋਂ ਤਾਂ ਸਾਰਿਆਂ ਦਾ ਇੱਕੋ ਜਿਹੀ ਹੈ ਨਾ ਮੌਤ। ਕਹਿੰਦੇ ਕਾਲ ਦੀ ਵਡਿਆਈ ਹੈ, ਕਾਲ ਐਸਾ ਬਲੀ ਹੈ ਕਿ ਰਾਜੇ ਤੇ ਪਰਜਾ ਦੋਨਾਂ ਨੂੰ ਇੱਕ ਸਮ ਕਰਕੇ ਸਮਾਨ ਕਰਕੇ ਮਾਰਦਾ ਹੈ। ਹਰ ਕੇ ਸੇਵਕ ਜੋ ਹਰ ਪਾਏ, ਤਿਨ ਕੀ ਕਥਾ ਨਿਰਾਰੀ ਰੇ। ਜਿਹੜੇ ਹਰੀ ਦੇ ਸੇਵਕ ਨੇ ਉਹ ਹਰੀ ਨੂੰ ਭਾ ਗਏ ਨੇ, ਔਰ ਉਹਨਾਂ ਦੀ ਕਥਾ ਨਿਰਾਲੀ ਹੈ। ਰੱਬ ਦੇ ਪਿਆਰਿਆਂ ਦੀ ਕਥਾ ਤਾਂ ਫਿਰ ਨਿਰਾਲੀ ਹੈ ਨਾ ਸੰਸਾਰ 'ਚ। ਭਗਤਾਂ ਕੀ ਚਾਲ ਨਿਰਾਲੀ, ਰੱਬ ਦੇ ਪਿਆਰਿਆਂ ਦੀ ਜਿਹੜੇ ਹਰੀ ਨੂੰ ਭਾ ਗਏ, ਉਹਨਾਂ ਦੀ ਤਾਂ ਗੱਲ ਹੀ ਵੱਖਰੀ ਹੈ, ਉਹਨਾਂ ਦੀ ਤਾਂ ਕਥਾ ਹੀ ਨਿਰਾਰੀ ਹੈ। ਉਹਨਾਂ ਨੂੰ ਤੁਸੀਂ ਦੁਨੀਆ ਨਾਲ ਮਿਕਸਅਪ ਨਹੀਂ ਕਰ ਸਕਦੇ ਵੀ ਲੋਕਾਂ ਨਾਲ ਮਿਲ ਕੇ, ਜਿਵੇਂ ਆਮ ਲੋਕ ਨੇ ਉਹਨਾਂ ਨਾਲ ਮਿਲਾ ਨਹੀਂ ਸਕਦੇ। ਉਹਨਾਂ ਦੀ ਕਥਾ ਹੀ ਨਿਰਾਰੀ, ਉਹਨਾਂ ਦੀ ਗੱਲ ਹੀ ਵੱਖਰੀ ਰੱਬ ਦੇ ਪਿਆਰਿਆਂ ਦੀ। ਕਬੀਰ ਜੀ ਜੈਸੇ ਮਹਾਂਪੁਰਸ਼ਾਂ ਦੀ, ਰਵਿਦਾਸ ਜੀ ਜੈਸੇ ਮਹਾਂਪੁਰਸ਼ਾਂ ਦੀ ਕਥਾ ਹੀ ਨਿਰਾਰੀ ਹੈ। ਬਾਬਾ ਬੁੱਢਾ ਸਾਹਿਬ ਜੀ ਜੈਸੇ ਮਹਾਂਪੁਰਸ਼, ਭਾਈ ਗੁਰਦਾਸ ਸਾਹਿਬ ਵਰਗੇ, ਭਾਈ ਕਨਈਆ ਸਾਹਿਬ ਵਰਗੇ, ਭਾਈ ਸਾਲੋ ਜੀ, ਬਾਬਾ ਬਿਧੀ ਚੰਦ ਸਾਹਿਬ ਵਰਗੇ, ਉਹਨਾਂ ਦੀ ਕਥਾ ਹੀ ਨਿਰਾਰੀ ਹੈ। ਹਰੀ ਦੇ ਸੇਵਕ ਹਰੀ ਨੂੰ ਭਾਉਂਦੇ ਹੈ। ਤਿਨ ਕੀ ਕਥਾ ਨਿਰਾਰੀ ਰੇ। ਰੱਬ ਦੇ ਪਿਆਰਿਆਂ ਦੀ ਕਥਾ ਹੀ ਨਿਰਾਰੀ ਹੈ, ਵੱਖਰੀ ਹੈ। ਆਵੈ ਨਾ ਜਾਹੇ ਨਾ ਕਬਹੂ ਮਰਤੇ। ਪੁੱਛਿਆ ਜੀ ਤੁਸੀਂ ਕਿਵੇਂ ਕਹਿੰਦੇ ਹੋ ਰੱਬ ਦੇ ਪਿਆਰਿਆਂ ਦੀ ਕਥਾ ਨਿਰਾਰੀ ਹੈ? ਤੇ ਫਿਰ ਕਬੀਰ ਜੀ ਦੱਸਦੇ ਨੇ, ਕਹਿੰਦੇ ਰੱਬ ਦੇ ਪਿਆਰੇ ਨਾ ਆਉਂਦੇ ਨੇ ਨਾ ਜਾਂਦੇ ਨੇ ਤੇ ਨਾ ਹੀ ਕਦੇ ਮਰਦੇ ਐ। ਤੁਸੀਂ ਆਖੋਗੇ ਵੀ ਰੱਬ ਦੇ ਪਿਆਰਿਆਂ ਦਾ ਜਨਮ ਨਹੀਂ ਹੁੰਦਾ, ਜੰਮਦੇ ਵੀ ਉਹ ਵੀ ਮਾਂ ਪਿਓਾਂ ਦੇ ਘਰ ਹੀ ਆਉਂਦੇ ਆ ਜੰਮ ਕੇ। ਸਰੀਰ ਉਹਨਾਂ ਦੇ ਆਉਂਦੇ ਨੇ, ਪਰ ਉਹ ਆਪ ਆਵਾਗਾਉਣ ਦੇ ਚੱਕਰਾਂ 'ਚ ਨਹੀਂ। ਉਹਨਾਂ ਦਾ ਆਉਣਾ ਵੀ ਇਹ ਸੰਸਾਰ ਦੇ ਜੀਵਾਂ ਦੇ ਕਲਿਆਣ ਵਾਸਤੇ ਹੁੰਦਾ, ਜੀਵਾਂ ਦੇ ਭਲੇ ਵਾਸਤੇ ਹੁੰਦਾ, ਤੇ ਉਹ ਜਾਂਦੇ ਨਹੀਂ ਹਨ। ਕਬੀਰ ਜੀ ਆਏ, ਰਵਿਦਾਸ ਜੀ ਆਏ, ਧੰਨ ਬਾਬਾ ਬੁੱਢਾ ਸਾਹਿਬ ਜੀ ਆਏ,
ਆਏ ਪਰ ਗਏ ਨਹੀਂ, ਅੱਜ ਵੀ ਸੰਸਾਰ ਦੇ ਵਿੱਚ ਮੌਜੂਦ ਨੇ। ਔਰ ਉਹਨਾਂ ਦੇ ਸੇਵਕ ਜਦੋਂ ਉਹਨਾਂ ਨੂੰ ਆਰਾਧਦੇ ਨੇ ਤੇ ਇਹਨਾਂ ਨੂੰ ਆਪਣੀ ਸਮੀਪਤਾ ਦਾ ਅਨੁਭਵ ਕਰਾ ਦਿੰਦੇ ਹਨ। ਕਿਤੇ ਗਏ ਤਾਂ ਨਹੀਂ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਅਕਾਲੀ ਬਾਬਾ ਫੂਲਾ ਸਿੰਘ ਸਾਹਿਬ ਜੀ ਕਿਤੇ ਗਏ ਤਾਂ ਨਹੀਂ। ਸ਼ਹੀਦ ਬਾਬਾ ਹਨੂਮਾਨ ਸਿੰਘ ਜੀ ਕਿਤੇ ਗਏ ਤਾਂ ਨਹੀਂ। ਉਹ ਆਏ ਨੇ ਪਰ ਕਿਤੇ ਗਏ ਨਹੀਂ, ਕਿਉਂਕਿ ਉਹ ਜਾਂਦੇ ਹੀ ਨਹੀਂ। ਜਾਂਦੇ ਕਿਉਂ ਨਹੀਂ? ਕਿਉਂਕਿ ਮਰਦੇ ਨਹੀਂ। ਨਾ ਕਬਹੂ ਮਰਤੇ। ਸਾਡੇ ਵਰਗੇ ਜੀਵ ਮਰ ਜਾਂਦੇ ਨੇ, ਮੁੜ ਕੇ ਪਤਾ ਵੀ ਨਹੀਂ ਰਹਿੰਦਾ ਦੁਨੀਆ ਦੇ ਲੋਕਾਂ ਨੂੰ ਕੋਈ ਫਲਾਣਾ ਹੈ ਸੀ। ਕਿੱਡੇ ਕਿੱਡੇ ਵੱਡੇ ਰਾਜੇ ਹੋ ਕੇ ਮਰ ਕੇ ਚਲੇ ਗਏ, ਅੱਜ ਕੀ ਉਹਨਾਂ ਦਾ ਕੋਈ ਨਾਂ ਜਾਣਦਾ? ਪਰ ਰੱਬ ਦੇ ਪਿਆਰੇ ਆਏ, ਪਰ ਉਹਨਾਂ ਦਾ ਨਾਂ ਸदैवी ਤੌਰ ਤੇ ਸੰਸਾਰ ਵਿੱਚ ਹੈ, ਕਿਉਂਕਿ ਉਹ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਕਦੇ ਮਰਦੇ ਨਹੀਂ। ਪਾਰ ਬ੍ਰਹਮ ਸੰਗਾਰੀ ਰੇ। ਜਿਹੜੇ ਇਹੋ ਜਿਹੇ ਰੱਬ ਦੇ ਪਿਆਰੇ ਨੇ, ਉਹਨਾਂ ਨੇ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਅੰਗ ਸੰਗ ਜਾਣਿਆ। ਪਾਰ ਬ੍ਰਹਮ ਸੰਗਾਰੀ ਰੇ, ਕਿ ਜੀ ਉਹ ਪਾਰ ਬ੍ਰਹਮ ਸਦਾ ਹੀ ਸਾਡੇ ਨਾਲ ਹੈ। ਇਸ ਕਰਕੇ ਰੱਬ ਦੇ ਪਿਆਰਿਆਂ ਦੀ ਕਥਾ ਹੀ ਨਿਰਾਰੀ ਹੈ। ਉਹ ਕਦੇ ਆਪਣੇ ਰੱਬ ਨੂੰ ਆਪਣੇ ਤੋਂ ਵੱਖਰਾ ਜਾਣਦੇ ਹੀ ਨਹੀਂ। ਉਹ ਆਪਣੇ ਪ੍ਰਭੂ ਨੂੰ, ਆਪਣੇ ਮਾਲਕ ਨੂੰ ਸਦਾ ਹੀ ਅੰਗ ਸੰਗ ਜਾਣਦੇ ਆ। ਸਦਾ ਅੰਗ ਸੰਗੇ ਅਪੰਗੰ ਵਿਭੂਤੇ, ਉਹ ਕਹਿੰਦੇ ਸਦਾ ਹੀ ਅੰਗ ਸੰਗ ਹੈ। ਇਸ ਕਰਕੇ ਨਾ ਉਹ ਜੰਮਦੇ ਨੇ ਨਾ ਮਰਦੇ ਨੇ, ਜਨਮ ਮਰਨ ਦੋਨਾਂ ਤੋਂ ਰਹਿਤ ਨੇ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਨਾ ਜਨਮ ਵਿੱਚ ਨੇ ਤੇ ਨਾ ਹੀ ਮਰਨ ਵਿੱਚ ਹਨ। ਪੁੱਤਰ ਕਲਤਰ ਲక్ష్ਮੀ ਮਾਇਆ, ਇਹ ਤਜੋ ਜੀਵ ਜਾਨੀ ਰੇ। ਕਹਿੰਦੇ ਪੁੱਤਰ ਨੇ, ਕਲਤਰ ਰਿਸ਼ਤੇਦਾਰ ਸੰਬੰਧੀ ਨੇ, ਲక్ష్ਮੀ ਮਾਇਆ ਧਨ ਹੈ ਕੋਲ। ਬੰਦਾ ਕਹਿੰਦਾ ਜੀ ਮੇਰੇ ਕੋਲੇ ਸਭ ਕੁਝ ਹੈ, ਮੈਨੂੰ ਇਹਨਾਂ ਦੀ ਟੇਕ ਹੈ, ਇਹਨਾਂ ਦਾ ਆਸਰਾ ਹੈ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਹਿਰਦੇ 'ਚ ਜਾਣ ਲੈਂਦੇ ਨੇ ਇਹਨਾਂ ਵਿੱਚੋਂ ਕੁਝ ਵੀ ਮੇਰਾ ਨਹੀਂ, ਇਹਨਾਂ 'ਚੋਂ ਕੁਝ ਵੀ ਮੇਰਾ ਨਹੀਂ। ਜੀ ਜਾਨੀ ਉਹਨਾਂ ਨੇ ਹਿਰਦੇ 'ਚ ਜਾਣ ਲਈ ਹੈ, ਇਸ ਕਰਕੇ ਉਹਨਾਂ ਨੇ ਤਜ ਦਿੱਤਾ ਸਭ ਕੁਝ, ਇਹਨਾਂ ਦੀ ਮਮਤਾ ਛੱਡ ਦਿੱਤੀ। ਇੱਕ ਇਹਨਾਂ ਨੂੰ ਛੱਡਣਾ ਹੈ, ਇੱਕ ਇਹਨਾਂ ਦੀ ਮਮਤਾ ਛੱਡਣੀ। ਗੁਰਮਤਿ ਵਿੱਚ ਮਮਤਾ ਛੱਡਣ ਤੋਂ ਪਾਤਸ਼ਾਹ ਨੇ ਹੁਕਮ ਕੀਤਾ। ਪਾਤਸ਼ਾਹ ਨੇ ਕਹਿੰਦੇ ਪੁੱਤਰ ਧੀਆਂ ਪਰਿਵਾਰਾਂ ਨੂੰ ਛੱਡ ਕੇ ਚਲੇ ਜਾਓ। ਮਹਾਰਾਜ ਕਹਿੰਦੇ ਮਮਤਾ ਛੱਡੋ, ਰਹੋ ਵਿੱਚ ਹੀ। ਪਰ ਮਮਤਾ ਕਰਕੇ ਕੇਵਲ ਉਹਨਾਂ ਦੀ ਮਮਤਾ ਵਾਸੀ ਹੋ ਕੇ ਰੱਬ ਨੂੰ ਤੂੰ ਚੇਤੇ ਹੀ ਨਾ ਕਰੇ, ਦਿਨ ਰਾਤ ਉਹਨਾਂ ਪਿੱਛੇ ਹੀ ਦੌੜਿਆ ਭੱਜਿਆ ਫਿਰੇ, ਤੇ ਵੀ ਯੋਗ ਨਹੀਂ। ਮਮਤਾ, ਕਿਉਂਕਿ ਇਹ ਜਾਣ ਲੈ ਕਿ ਜਦੋਂ ਤੂੰ ਸਰੀਰ ਤਿਆਗਣਾ, ਉਸ ਵਕਤ ਅਗਰ ਤੇਰਾ ਕਿਸੇ ਨੇ ਸੰਗੀ ਹੋਣਾ ਤਾਂ ਉਹ ਪਰਮੇਸ਼ਰ ਦਾ ਕੀਤਾ ਹੋਇਆ ਭਜਨ ਹੈ। ਇਹਨਾਂ ਵਿੱਚੋਂ ਕਿਸੇ ਨੇ ਸੰਗੀ ਨਹੀਂ ਹੋਣਾ। ਸੰਗ ਸਖਾ ਸਭ ਤਜ ਗਏ, ਕੋਉ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਫਿਰ ਇੱਕ ਦੀ ਟੇਕ ਰਹਿ ਜਾਣੀ ਅਕਾਲ ਪੁਰਖ ਦੀ। ਇਹਨਾਂ ਚੋਂ ਕਿਸੇ ਸੰਗੀ ਸਾਥੀ ਨਹੀਂ ਹੋਣਾ, ਇਹ ਆਪਣੇ ਹਿਰਦੇ 'ਚ ਜਾਣ ਲੈ। ਕਹਿਤ ਕਬੀਰ ਸੁਨੋ ਰੇ ਸੰਤੋ, ਮਿਲ ਹੈ ਸਾਰੰਗ ਪਾਨੀ ਰੇ। ਕਬੀਰ ਜੀ ਮਹਾਰਾਜ ਜੀ ਕਹਿੰਦੇ ਹੈ ਸੰਤ ਜਨੋ ਸੁਣੋ, ਜਦੋਂ ਤੁਸੀਂ ਗੁਰੂ ਕੀ ਗੱਲ ਸੁਣੋਗੇ, ਇਸ ਪਾਵਨ ਬਚਨਾਂ ਨੂੰ ਸੁਣੋਗੇ, ਤਾਂ ਮਿਲ ਹੈ ਸਾਰੰਗ ਪਾਨੀ ਰੇ। ਉਹ ਸਾਰੰਗ ਪਾਣੀ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਤੈਨੂੰ ਮਿਲੇਗਾ। ਪਰਮੇਸ਼ਰ ਦੇ ਸਵਰੂਪ ਦੀ ਤੈਨੂੰ ਪ੍ਰਾਪਤੀ ਹੋਵੇਗੀ ਜਦੋਂ ਤੂੰ ਸਾਹਿਬ ਜੀ ਦੇ ਪਾਵਨ ਉਪਦੇਸ਼ ਨੂੰ ਸੁਣੇਗਾ, ਗੁਰੂ ਕੀ ਗੱਲ ਨੂੰ ਸੁਣੇਗਾ, ਗੁਰੂ ਕੀ ਮੱਤ ਨੂੰ ਸੁਣੇਗਾ। ਕਬੀਰ ਜੀ ਮਹਾਰਾਜ ਇਹ ਪਾਵਨ ਅੰਮ੍ਰਿਤ ਬਚਨ ਉਚਾਰ ਕੇ ਸਾਨੂੰ ਉਪਦੇਸ਼ ਬਖਸ਼ ਰਹੇ ਨੇ। ਗੁਰੂ ਪਾਤਸ਼ਾਹ ਸਾਹਿਬ ਕਿਰਪਾ ਕਰਨ, ਇਹ ਪਵਿੱਤਰ ਉਪਦੇਸ਼
ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸੇ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।